जिसनों मत आवे सो सतगुर महि समाना। एह बाणी जो जियों जाने तिस अंतर रवे हर नाम। बाणी गुरु गुरु है बाणी विच बाणी अमृत सारे। गुर बाणी कहे सेवक जन मान पर तख गुरु निस्तारे। बाणी बिरलो विचार सी जे को गुरमुख होए। एह बाणी महापुरख की निज कर वासा होए। गौड़ी पूरबी महला चौथा गुरमत बाजे शब्द अनाहद। गुरमत मनुआ गावे वड भागी गुर दर्शन पाया। तन तन गुरु लिव लावे गुर मुख हर लिव लावे। रहाओ हमरा ठाकुर सतगुर पूरा मन गुर की कार कमावे। हम मल मल तो मैं पाव गुरु के जो हर हर कथा सुनावे। हृदय गुरमत राम रसायन जिह्वा हर गुण गावे। मन रसक रसक हर रस अगाने फिर बाहर न भूख लगावे। कोई करे उपाव अनेक बहुतेरे बिन कृपा नाम न पावे। जन नानक को हर कृपा तारी
ਮਤ ਗੁਰਮਤਿ ਨਾਮ ਦਿਰੜਾਵੇ, ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨ ਪਾਵੈ, ਜਨ ਨਾਨਕ ਕਾ ਹਰ ਕਿਰਪਾ ਧਾਰੀ, ਮਤ ਗੁਰਮਤਿ ਨਾਮ ਦਿਰੜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਪੂਰਬੀ ਰਾਗ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 172 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ। ਸਿੰਘ ਸਾਹਿਬ ਜਿੱਥੇ ਵਿਦਵਾਨ ਨੇ ਉੱਥੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਵੀ ਹਨ। ਬਹੁਤ ਲੰਬਾ ਸਮਾਂ ਸ਼੍ਰੀ ਦਰਬਾਰ ਸਾਹਿਬ ਐਡੀਸ਼ਨਲ ਹੈਡ ਗ੍ਰੰਥੀ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਅਤੇ ਹੁਣ ਬਤੌਰ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸੇਵਾ ਤੋਂ ਮੁਕਤ ਹੋਏ ਨੇ। ਮੈਂ ਇਸ ਗੱਲ ਦੀ ਸਿੰਘ ਸਾਹਿਬ ਜੀ ਕੋਲੋਂ ਮਾਫੀ ਵੀ ਮੰਗਦਾ ਕਿ ਅਸੀਂ ਉਸ ਸਮਾਗਮ ਦੇ ਵਿੱਚ ਜੋ ਵਿਦਾਇਗੀ ਦਾ ਸਮਾਗਮ ਸੀ ਉਹਦੇ ਵਿੱਚ ਹਾਜ਼ਰੀ ਨਹੀਂ ਭਰ ਸਕੇ। ਸਰਦਾਰ ਮਨਜੀਤ ਸਿੰਘ ਭੋਮਾ ਫਿਰ ਘਰ ਜਾ ਕੇ ਸਿੰਘ ਸਾਹਿਬ ਜੀ ਨੂੰ ਸਿਰੋਂ ਪਾਉ ਦੇ ਕੇ ਆਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਨਿਰਵਿਵਾਦ ਸੇਵਾਵਾਂ ਆਪ ਜੀ ਨੇ ਨਿਭਾਈਆਂ ਹਨ। ਅਰਦਾਸ ਹੈ ਮਹਾਰਾਜ ਤੰਦਰੁਸਤੀ ਦੇਵੇ, ਜਿੰਨੀ ਹਜਾਤੀ ਦਿੱਤੀ ਐਸੇ ਤਰ੍ਹਾਂ ਪੰਥ ਕੌਮ ਦੀ ਸੇਵਾ ਕਰਦੇ ਰਹਿਣ। ਹੋਰ ਖੁਸ਼ੀ ਹੈ ਕਿ ਉਹਨਾਂ ਦੇ ਨਾਲ ਜੋ ਪੋਥੀ ਪੜ੍ਹਨ ਦੀ ਸੇਵਾ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਅਰਦਾਸੀਏ ਭਾਈ ਪ੍ਰੇਮ ਸਿੰਘ ਹੋਰੀ ਹਾਜ਼ਰੀ ਭਰ ਰਹੇ ਹਨ। ਦੋਵਾਂ ਹੀ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ। ਇੱਕ ਦਿਨ ਦੀ ਸੇਵਾ ਹੈ ਸਿੰਘ ਸਾਹਿਬ ਜੀ ਦੀ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਿੰਘ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ, ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਹੜ੍ਹ ਪੀੜਤਾਂ ਵਾਸਤੇ ਬੰਗਲਾ ਸਾਹਿਬ ਨਿਸ਼ਾਨ ਸਾਹਿਬ ਦੇ ਕੋਲ ਵਿਸ਼ੇਸ਼ ਕਾਊਂਟਰ ਬਣੇ ਹੈ। ਮਾਇਆ ਦੇ ਕੇ, ਦਵਾਈਆਂ ਦੇ ਕੇ, ਖਾਣ ਵਾਲੇ ਪਦਾਰਥ, ਗੁਰੂ ਕੇ ਲੰਗਰਾਂ ਵਾਸਤੇ ਰਸਦ ਦੇ ਕੇ ਆਪ ਜੀ ਆਪਣੇ ਭੈਣਾਂ ਭਰਾਵਾਂ ਦੀ, ਬੱਚਿਆਂ ਦੀ, ਬਜ਼ੁਰਗਾਂ ਦੀ ਜੋ ਅੱਜ ਮੁਸੀਬਤ ਵਿੱਚ ਨੇ ਉਹਨਾਂ ਦੀ ਸੇਵਾ ਕਰ ਸਕਦੇ ਹੋ, ਮਦਦ ਕਰ ਸਕਦੇ ਹੋ, ਸਹਾਇਤਾ ਕਰ ਸਕਦੇ ਹੋ। ਰੱਬ ਦੇ ਦਿੱਤੇ ਵਿੱਚੋਂ ਦੇਣ ਲੱਗਿਆਂ ਸੰਕੋਚ ਨਾ ਕਰਿਆ ਕਰੋ। ਤੁਹਾਡੀ ਰੋਜ਼ ਅਰਦਾਸ ਗੁਰੂ ਮਹਾਰਾਜ ਦੇ ਇਸ ਪਾਵਨ ਦਰਬਾਰ ਵਿੱਚ ਦਸਵੰਧ ਦੀ ਕੀਤੀ ਜਾਂਦੀ ਹੈ। ਅਗਲੇ ਸਮੇਂ ਵਾਸਤੇ
ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਇੱਥੋਂ ਦੀ ਮਰਿਆਦਾ ਦੇ ਮੁਤਾਬਕ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸਰਵਨ ਕਰਦੇ ਹੋ। ਅੱਜ ਦਾ ਪਾਵਨ ਸ਼ਬਦ, ਜਿਸ ਦਾ ਮੂਲ ਪਾਠ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਆਓ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਗੌੜੀ ਰਾਗ ਹੈ। ਗੌੜੀ ਰਾਗ ਦੀਆਂ ਕਈ ਕਿਸਮਾਂ ਨੇ। ਇਸ ਸ਼ਬਦ ਦੇ ਨਾਲ ਗੌੜੀ ਪੂਰਬੀ ਵਰਤਿਆ।
ਮਹੱਲਾ ਚੌਥਾ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਗੁਰਮਤਿ ਬਾਜੈ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੈ। ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਗੁਰਮਤਿ ਬਾਜੈ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੈ। ਗੁਰਮਤਿ ਸ਼ਬਦ ਇਸ ਸ਼ਬਦ ਦੇ ਵਿੱਚ ਬਾਰ-ਬਾਰ ਰਿਪੀਟ ਕੀਤਾ ਹੈ। ਭਾਵੇਂ ਇਹ ਸ਼ਬਦ ਅੱਖਰ ਉਚਾਰਨ ਕਰਨ ਲੱਗਿਆਂ ਬਹੁਤ ਛੋਟਾ ਹੈ, ਪਰ ਇਸ ਦੇ ਅਰਥਾਂ ਨੂੰ ਸਮਝੀਏ ਤੇ ਸਾਧ ਸੰਗਤ ਸਾਨੂੰ ਸਤਿਗੁਰਾਂ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ ਇਸ ਅੱਖਰ ਦੇ ਰਾਹੀਂ ਜੀਵਨ ਦੇ ਅੰਦਰ ਪ੍ਰਾਪਤ ਹੋ ਸਕਦੀ ਹੈ। ਕਹਿਣ ਮਾਤਰ ਇਹ ਅੱਖਰ ਬਹੁਤ ਵਰਤਿਆ ਜਾਂਦਾ ਹੈ। ਆ ਜਿੰਨੇ ਕੀਰਤਨ ਦਰਬਾਰ ਹੁੰਦੇ ਨੇ, ਕਥਾ ਦਰਬਾਰ ਹੁੰਦੇ ਨੇ, ਉਹਨਾਂ ਦੀ ਅਨਾਉਂਸਮੈਂਟ ਜਾਂ ਇਸ਼ਤਿਹਾਰਬਾਜ਼ੀ ਜਦੋਂ ਕੀਤੀ ਜਾਂਦੀ ਹੈ, ਅੱਖਰ ਵਰਤਿਆ ਜਾਂਦਾ ਹੈ ਗੁਰਮਤਿ ਸਮਾਗਮ। ਠੀਕ ਹੈ, ਜਿੱਥੇ ਗੁਰਬਾਣੀ ਦਾ ਕੀਰਤਨ ਹੈ, ਗੁਰਬਾਣੀ ਦੀ ਕਥਾ ਹੈ, ਵਿਚਾਰ ਹੈ, ਉਸ ਸਮਾਗਮ ਵਾਸਤੇ ਇਹ ਅੱਖਰ ਵਰਤਣਾ ਬੜਾ ਹੀ ਢੁੱਕਦਾ ਹੈ। ਪਰ ਵੇਖਣਾ ਆਪਾਂ ਨੇ ਇਹ ਹੈ ਕਿ ਜਿੰਨੇ ਵੀ ਸਮਾਗਮ ਹੁੰਦੇ ਹਨ, ਉਹਨਾਂ ਦੇ ਵਿੱਚ ਕਿੰਨੀ ਕੁ ਗੁਰੂ ਦੀ ਜਿਹੜੀ ਮੱਤ ਹੈ ਉਹ ਵਰਤੀ ਜਾਂਦੀ ਹੈ, ਜਾਂ ਕਿੰਨੇ ਹਨ ਜਿਹੜੇ ਸ਼ਰਧਾਲੂ ਪ੍ਰੇਮੀ ਆਏ, ਉਹਨਾਂ ਨੇ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ ਹੈ। ਕਿਉਂਕਿ ਹਰ ਸਮਾਗਮ ਦੀ ਆਊਟਪੁੱਟ ਹੁੰਦੀ ਹੈ, ਨਤੀਜਾ ਕੀ ਹੈ, ਰਿਜ਼ਲਟ ਕੀ ਹੈ, ਇਹ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਤੇ ਸਾਨੂੰ ਯਾਨੀ ਸ਼ਬਦ ਦੇ ਨਾਲ ਵਰਤਿਆ, ਜਿਹਨੂੰ ਆਪਾਂ ਕਹਿੰਦੇ ਅਣਜਾਣ। ਸਤਿਗੁਰੂ ਜੀ ਆਖਦੇ ਨੇ, ਹੇ ਅਣਜਾਣ ਬੰਦੇ, ਜੇ ਤੂੰ ਰੱਬ ਦੀ ਭਗਤੀ ਕਰਨੀ ਹੈ, ਵੈਸੇ ਜੇ ਸ਼ਬਦ ਮੈਂ ਵਰਤਿਆ, ਮਨੁੱਖਾ ਜੀਵਨ ਜਿਹੜਾ ਮਿਲਿਆ ਹੀ ਰੱਬ ਦੀ ਇਬਾਦਤ ਕਰਨ ਵਾਸਤੇ ਆ, ਰੱਬ ਦੀ ਬੰਦਗੀ ਕਰਨ ਵਾਸਤੇ ਆ। ਜੇ ਸ਼ਬਦ ਮੈਂ ਤਾਂ ਵਰਤਿਆ ਵੀ ਇਸ ਕਰਮ ਨੂੰ ਅਸੀਂ ਬਹੁਤ ਘੱਟ ਧਿਆਨ ਦੇ ਕੇ ਆਪਣੇ ਜੀਵਨ ਦੇ ਅੰਦਰ ਵਰਤਦੇ ਹਾਂ। ਸਾਰੀ ਜ਼ਿੰਦਗੀ ਸਾਡੀ ਦੁਨਿਆਵੀ ਕਿਰਤ ਵਿਰਤ ਕਰਦਿਆਂ ਹੀ ਲੰਘ ਜਾਂਦੀ ਹੈ, ਪਰ ਜਿਹੜੀ ਬੰਦਗੀ ਵਾਲੀ ਗੱਲ ਹੈ ਉਹ ਸਾਡੇ ਜੀਵਨ ਦੇ ਅੰਦਰ ਬਹੁਤ ਘੱਟ ਹੈ। ਵੈਸੇ ਅਸੀਂ ਪੜ੍ਹਦੇ ਹਾਂ, ਬੰਦੇ ਬੰਦਗੀ ਇਖਤਿਆਰ, ਇਹ ਬੰਦੇ ਤੂੰ ਆਪਣੇ ਜੀਵਨ ਦੇ ਅੰਦਰ ਰੱਬ ਦੀ ਬੰਦਗੀ ਨੂੰ ਅਖਤਿਆਰ ਕਰ, ਅਪਣਾਉਣਾ ਕਰ, ਆਪਣੇ ਜੀਵਨ ਦੇ ਅੰਦਰ ਕਰ। ਇੱਥੋਂ ਤੱਕ ਗੁਰਬਾਣੀ ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ, ਕਰ ਬੰਦੇ ਤੋਂ ਬੰਦਗੀ ਜਿਚਰ ਘਟ ਮੈਂ ਸਾਹ। ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲ ਰਹੇ ਹਨ, ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰ,
ਰੱਬ ਕੋਲੋਂ ਰੱਬ ਦੇ ਪਿਆਰਿਆਂ ਨੇ ਬੜਾ ਕੁਝ ਮੰਗਿਆ ਤੇ ਨਾਲ ਸਾਨੂੰ ਇਹ ਪ੍ਰੇਰਣਾ ਕੀਤੀ, ਭਾਈ ਜੋ ਕੁਝ ਵੀ ਰੱਬ ਦੇ ਦਰ ਤੋਂ ਮੰਗਾਂਗੇ ਸਾਨੂੰ ਉਹ ਜੀਵਨ ਦੇ ਅੰਦਰ ਪ੍ਰਾਪਤ ਹੋਵੇਗਾ, ਕਿਉਂਕਿ ਰੱਬ ਹਰ ਚੀਜ਼ ਦੇਣ ਦੇ ਸਮਰੱਥ ਹੈ। ਇਸੇ ਵਾਸਤੇ ਉਹਨੂੰ ਦਾਤਾ ਕਿਹਾ ਹੈ। ਸਾਧ ਸੰਗਤ, ਜਿੱਥੇ ਵੀ ਮੰਗਾਂਗੇ, ਜਦੋਂ ਵੀ ਮੰਗਾਂਗੇ, ਜਿਸ ਸਮੇਂ ਮੰਗਾਂਗੇ, ਵਾਹਿਗੁਰੂ ਪਰਮਾਤਮਾ ਹਰ ਸਮੇਂ, ਹਰ ਥਾਂ, ਹਰ ਵੇਲੇ, ਹਰ ਬੰਦੇ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਤੇ ਬੜੇ ਪਿਆਰੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹੁਣ ਇਹ ਅੱਖਰ ਆਪਾਂ ਜਦੋਂ ਅਰਥ ਕਰਾਂਗੇ ਤੇ ਕੋਈ ਔਖੇ ਨਹੀਂ। ਜੋ ਜੋ ਮੰਗਾਂਗੇ ਵਾਹਿਗੁਰੂ ਪਰਮਾਤਮਾ ਦੇ ਕੋਲੋਂ, ਸੋ ਸੋ ਵਾਹਿਗੁਰੂ ਪਰਮਾਤਮਾ ਦੇਣ ਦੇ ਸਮਰੱਥ ਹੈ। ਤੇ ਪਿਆਰਿਓ, ਅਸੀਂ ਦੁਨਿਆਵੀ ਦਾਤਾਂ ਰੱਬ ਕੋਲੋਂ ਹੀ ਮੰਗਣੀਆਂ ਨੇ। ਰੱਬ ਨੇ ਸਾਨੂੰ ਦੁਨਿਆਵੀ ਦਾਤਾਂ ਦੇਣੀਆਂ ਨੇ, ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਰੱਬ ਹੀ ਦਿੰਦਾ ਹੈ ਸਾਰਿਆਂ ਨੂੰ ਦਾਤਾ, ਤੇ ਉਸ ਰੱਬ ਦੀ ਇਬਾਦਤ ਆਪਾਂ ਆਪਣੇ ਜੀਵਨ ਦੇ ਅੰਦਰ ਕਰਨੀ ਹੈ। ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬਚਨ ਨੇ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ, ਮੈਂ ਤੇਰੇ ਦਰ ਤੋਂ ਮੰਗਦਾ ਹਾਂ, ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣੀ ਭਗਤੀ ਦੀ ਦਾਤ ਦੇ। ਮੈਂ ਬੇਨਤੀ ਕਰ ਰਿਹਾ ਸੀ ਸਾਧ ਸੰਗਤ, ਰੱਬ ਦੀ ਭਗਤੀ ਕਰਨੀ ਹਰ ਇਨਸਾਨ ਦਾ ਫਰਜ਼ ਹੈ, ਭਾਵੇਂ ਉਹ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਈਸਾਈ ਹੋਵੇ, ਭਾਵੇਂ ਹਿੰਦੂ ਹੋਵੇ, ਕਿਸੇ ਮਜ਼ਹਬ ਨਾਲ ਸੰਬੰਧਿਤ ਹੋਵੇ, ਪਰ ਇਬਾਦਤ ਕਰਨੀ। ਹਾਂ, ਇਬਾਦਤ ਕਰਨ ਦਾ ਢੰਗ ਹਰ ਧਰਮ ਨੇ, ਹਰ ਮਜ਼ਹਬ ਨੇ ਆਪਣੇ ਆਪਣੇ ਢੰਗ ਨਾਲ ਦੱਸਿਆ ਹੈ, ਪਰ ਕਰਨੀ ਜ਼ਰੂਰ ਹੈ। ਕਿਉਂਕਿ ਆਪਾਂ ਜਦੋਂ ਭੋਗ ਦੇ ਸ਼ਲੋਕ ਪੜ੍ਹਦੇ ਹਾਂ ਨਾ, ਅਖੀਰ ਵਿੱਚ ਬਾਣੀ ਦੇ ਵਿੱਚ ਮਹਾਰਾਜ ਨੇ ਉੱਥੇ ਇੱਕ ਬੜੀ ਪਿਆਰੀ ਗੱਲ ਕੀਤੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਬੰਦਿਆਂ ਤੋਂ ਗੁਣ ਗਾਣੇ ਸੀ, ਰੱਬ ਦੀ ਬੰਦਗੀ ਕਰਨੀ ਸੀ, ਰੱਬ ਦੀ ਇਬਾਦਤ ਕਰਨੀ ਸੀ, ਰੱਬ ਦੀਆਂ ਸਿਫਤਾਂ ਕਰਨੀਆਂ ਸੀ, ਪਰ ਤੂੰ ਕੀਤੀਆਂ ਨਹੀਂ। ਤੇ ਨਾਲ ਹੀ ਦੱਸ ਦਿੱਤਾ ਵੀ ਨਹੀਂ ਕੀਤੀਆਂ ਨਾ, ਇਸ ਦਾ ਰਿਜ਼ਲਟ ਕੀ ਨਿਕਲਿਆ, ਪ੍ਰਮਾਣ ਕੀ ਨਿਕਲਿਆ। ਮਹਾਰਾਜ ਆਖਦੇ ਨੇ, ਪਿਆਰਿਆ ਧਿਆਨ ਰੱਖੀ, ਜਨਮ ਅਜਾਈ ਚਲਾ ਗਿਆ, ਜਨਮ ਐਵੇਂ ਹੀ ਬਤੀਤ ਹੋ ਗਿਆ। ਕਿਉਂਕਿ ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ ਪੇਟ ਭਰਿਓ, ਪਸਵਾ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਮੈਂ ਬੇਨਤੀ ਕਰ ਰਿਹਾ ਸੀ, ਰੱਬ ਦੀ ਇਬਾਦਤ ਕਰਨੀ ਹੈ, ਰੱਬ ਦੀ ਬੰਦਗੀ ਕਰਨੀ ਹੈ, ਪਰ ਬੰਦਗੀ ਕਦੋਂ ਹੋਵੇਗੀ? ਸਤਿਗੁਰੂ ਮਹਾਰਾਜ ਆਖਦੇ ਨੇ, ਜਦੋਂ ਗੁਰੂ ਦੀ ਮੱਤ ਜੀਵਨ ਦੇ ਅੰਦਰ ਧਾਰਨ ਕਰਾਂਗੇ। ਹਾਂ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਨਹੀਂ ਕੀਤਾ, ਬੜੇ ਸਿਆਣੇ ਸਿਆਣੇ ਇਨਸਾਨ, ਵਿਦਵਾਨ ਲੋਕ ਇਸ ਦੁਨੀਆ ਦੇ ਅੰਦਰ ਆਏ, ਪਰ ਸਾਧ ਸੰਗਤ ਇਬਾਦਤ ਤੋਂ ਬਗੈਰ ਉਹਨਾਂ ਦਾ ਸਾਰਾ ਜੀਵਨ ਇਦਾਂ ਚਲਾ ਗਿਆ, ਇਸ ਭਵ ਸਾਗਰ ਦੇ ਅੰਦਰ ਡੁੱਬ ਗਏ। ਭਾਵ ਫਿਰ ਜਨਮ ਮਰਨ ਦਾ ਚੱਕਰ ਉਹਨਾਂ ਦੇ ਉੱਤੇ ਲਾਗੂ ਹੋ ਗਿਆ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਸੁਕਰਾਤ ਨਦੀ ਕਿਨਾਰੇ ਜਿਹੜਾ ਨਾ ਸਾਧ ਸੰਗਤ ਤੁਰਿਆ ਜਾ ਰਿਹਾ ਹੈ, ਬੈਠਾ ਹੋਇਆ ਆਪਣੇ ਟਿਕਾਣੇ ਤੇ ਇੱਕ ਬੱਚਾ, ਤੇ ਬੱਚਾ ਜਿਹੜਾ ਹੈ ਨਾ ਉਹ ਰੋ ਰਿਹਾ ਹੈ। ਤੇ ਬੱਚੇ ਨੂੰ ਸੁਕਰਾਤ ਪੁੱਛਦਾ ਹੈ ਬੱਚੇ ਨੂੰ, ਵੀ ਤੂੰ ਰੋ ਕਿਉਂ ਰਿਹਾ ਹੈ? ਉਹਨੇ ਜਵਾਬ ਦਿੱਤਾ, ਕਹਿਣ ਲੱਗਾ ਵੀ ਮੇਰੇ ਰੋਣ ਦਾ ਕਾਰਨ ਇਹ ਹੈ ਕਿ ਮੈਂ ਇਸ ਸਮੁੰਦਰ ਕਿਨਾਰੇ ਸਵੇਰ ਦਾ ਖੜਾ ਹੋਇਆ ਹਾਂ, ਤੇ ਆ ਮੇਰੇ ਹੱਥ ਦੇ ਵਿੱਚ ਬਰਤਨ ਹੈ, ਤੇ ਮੈਂ ਕਹੀ ਜਾ ਰਿਹਾ ਹਾਂ ਕਿ ਇਹ ਸਮੁੰਦਰ ਇਸ ਬਰਤਨ ਦੇ ਅੰਦਰ ਬੰਦ ਹੋ ਜਾਵੇ, ਤੇ ਮੇਰੀ ਇੱਛਾ ਪੂਰੀ ਨਹੀਂ ਹੋ ਰਹੀ, ਕਿਉਂਕਿ ਸਮੁੰਦਰ ਜਿਹੜਾ ਹੈ ਨਾ ਉਹ ਬਰਤਨ ਦੇ ਵਿੱਚ ਬੰਦ ਨਹੀਂ ਹੋ ਰਿਹਾ। ਤੇ ਧਿਆਨ ਦੇਵਿਓ ਸਾਧ ਸੰਗਤ, ਇੱਧਰ ਸੁਕਰਾਤ ਜਿਹੜਾ ਨਾ ਜਦੋਂ ਗੱਲ ਸੁਣਦਾ ਹੈ ਤੇ ਉਹ ਵੀ ਨਾਲ ਦੀ ਨਾਲ ਰੋਣ ਲੱਗ ਪੈਂਦਾ ਹੈ। ਹੁਣ ਬੱਚਾ ਪੁੱਛਦਾ ਹੈ ਵੀ ਤੂੰ ਕਿਉਂ ਰੋਣਾ ਹੈ, ਤੇਰੇ ਰੋਣ ਦਾ ਕਾਰਨ ਕੀ ਹੈ? ਧਿਆਨ ਦੇਵਿਓ ਸਾਧ ਸੰਗਤ, ਕਹਿਣ ਲੱਗਾ, ਪੁੱਤਰ ਤੇਰੇ ਵਾਲੀ ਹਾਲਤ ਮੇਰੀ ਵੀ ਜੀਵਨ ਦੇ ਅੰਦਰ ਹੈ। ਜਿਸ ਰਾਹ ਤੂੰ ਤੁਰਿਆ ਹੋਇਆ ਹੈ, ਇਸ ਰਾਹ ਹੀ ਮੈਂ ਤੁਰਿਆ ਹੋਇਆ ਹਾਂ।
ਕਹਿੰਦੇ ਨੇ ਬੱਚੇ ਨੇ ਕੀ ਕੀਤਾ, ਸਾਹਮਣੇ ਵੇਖ ਕੇ ਨਾ ਸੁਕਰਾਤ ਦੇ ਉਹ ਜਿਹੜਾ ਪਿਆਲਾ ਹੱਥ ਵਿੱਚ ਫੜਿਆ ਹੋਇਆ ਸੀ, ਜਿਸ ਵਿੱਚ ਸਮੁੰਦਰ ਬੰਦ ਕਰਨਾ ਚਾਹੁੰਦਾ ਸੀ, ਬਸ ਵਗਾ ਕੇ ਸਮੁੰਦਰ ਦੇ ਅੰਦਰ ਮਾਰਿਆ ਤੇ ਖਿੜਖੜਾ ਕੇ ਹੱਸ ਪਿਆ, ਹੱਸਣ ਲੱਗ ਪਿਆ। ਜਦੋਂ ਹੱਸਿਆ ਤੇ ਸੁਕਰਾਤ ਨੇ ਪੁੱਛਿਆ ਵੀ ਹੁਣ ਕਿਉਂ ਹੱਸਦਾ ਹੈ? ਕਹਿਣ ਲੱਗਾ ਵੀ ਮੈਂ ਸੋਚਿਆ ਰੱਬ ਨੇ ਮੈਨੂੰ ਅਕਲ ਦਿੱਤੀ, ਬੁੱਧ ਦਿੱਤੀ, ਜੇ ਪਿਆਲਾ ਸਮੁੰਦਰ ਦੇ ਵਿੱਚ, ਪਿਆਲੇ ਵਿੱਚ ਸਮੁੰਦਰ ਬੰਦ ਨਹੀਂ ਹੋ ਸਕਦਾ, ਤੇ ਘੱਟੋ ਘੱਟ ਜਿਹੜਾ ਹੈ ਨਾ ਸਮੁੰਦਰ ਦੇ ਵਿੱਚ ਪਿਆਲਾ ਜਿਹੜਾ ਹੈ ਇਹ ਤਾਂ ਜਾ ਸਕਦਾ ਹੈ, ਉਸ ਵਿੱਚ ਸਮਾ ਸਕਦਾ ਹੈ। ਸੁਕਰਾਤ ਕਹਿਣ ਲੱਗਾ ਪੁੱਤਰਾ ਮੇਰੀ ਵੀ ਹਾਲਤ ਬਿਲਕੁਲ ਇਹ ਹੈ, ਮੈਂ ਬੁੱਧੀ ਰੂਪੀ ਪਿਆਲੇ ਦੇ ਅੰਦਰ ਰੱਬ ਦੀ ਜਿਹੜੀ ਕੁਦਰਤ ਹੈ ਇਹਨੂੰ ਬੰਦ ਕਰਨਾ ਚਾਹੁੰਦਾ ਹਾਂ, ਪਰ ਕਰ ਮੈਂ ਵੀ ਨਹੀਂ ਸਕਿਆ। ਪਰ ਤੇਰੇ ਕੋਲੋਂ ਇਹ ਗੁਣ ਮਿਲ ਗਿਆ ਹੈ, ਜੇ ਮੈਂ ਕਾਦਰ ਦੀ ਕੁਦਰਤ ਨੂੰ ਆਪਣੀ ਬੁੱਧੀ ਰੂਪੀ ਪਿਆਲੇ ਦੇ ਵਿੱਚ ਨਹੀਂ ਬੰਦ ਕਰ ਸਕਦਾ, ਘੱਟੋ ਘੱਟ ਰੱਬ ਦੀ ਕਿਰਪਾ ਦਾ ਪਾਤਰ ਬਣ ਕੇ, ਰੱਬ ਦੀ ਬਖਸ਼ਿਸ਼ ਦਾ ਪਾਤਰ ਬਣ ਕੇ, ਉਸ ਦੇ ਗੁਣ ਗਾ ਕੇ ਉਸ ਦੀ ਕਿਰਪਾ ਦਾ ਪਾਤਰ ਤਾਂ ਬਣ ਸਕਦਾ ਨਾ। ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਪਿਆਰਾ ਬਚਨ ਕਿਹਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਗੁਰ ਕੀ ਮਤ ਤੋਂ ਲਹਿ ਆਣੇ, ਭਗਤ ਬਿਨਾ ਬਉ ਡੁੱਬੇ ਸਿਆਣੇ। ਐ ਅਣਜਾਣ ਬੰਦੇ, ਆਪਣੀ ਮਤ ਦਾ ਤਿਆਗ ਕਰ ਤੇ ਗੁਰੂ ਦੀ ਮਤ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈ, ਗੁਰੂ ਦੀ ਮਤ ਅਨੁਸਾਰ ਤੁਰ ਪੈ, ਫਿਰ ਰੱਬ ਦੀ ਇਬਾਦਤ ਤੂੰ ਕਰ ਸਕਦਾ ਹੈ, ਬੰਦਗੀ ਕਰ ਸਕਦਾ ਹੈ। ਨਹੀਂ ਤਾਂ ਸਿਆਣੇ ਸਿਆਣੇ ਬੰਦੇ ਇਸ ਸੰਸਾਰ ਸਮੁੰਦਰ ਦੇ ਅੰਦਰ ਰੱਬ ਦੀ ਭਗਤੀ ਤੋਂ ਬਗੈਰ ਡੁੱਬ ਗਏ ਨੇ। ਭਾਈ ਗੁਰਦਾਸ ਜੀ ਨੂੰ ਪੁੱਛੀਏ, ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ, ਜੇ ਗੁਰੂ ਦੀ ਮਤ ਜੀਵਨ ਦੇ ਅੰਦਰ ਆ ਜਾਵੇ ਤੇ ਫਿਰ ਜੀਵਨ ਦੇ ਅੰਦਰ ਤਬਦੀਲੀ ਕੀ ਆਂਦੀ, ਕਿਰਪਾ ਕੀ ਹੁੰਦੀ, ਬਖਸ਼ਿਸ਼ ਕੀ ਹੁੰਦੀ ਹੈ? ਤੇ ਭਾਈ ਸਾਹਿਬ ਜੀ ਨੇ ਕੁਝ ਦੁਨਿਆਵੀ ਪ੍ਰਮਾਣ ਸਾਡੀ ਜ਼ਿੰਦਗੀ ਦੇ ਵਿੱਚੋਂ ਦਿੱਤੇ। ਭਾਈ ਸਾਹਿਬ ਕਹਿੰਦੇ ਨੇ, ਤੁਸੀਂ ਵੇਖਦੇ ਹੋ ਨਾ, ਜਦੋਂ ਹਵਾ ਚੱਲਦੀ ਹੈ ਤੇ ਪਤੰਗ ਜਿਹੜੀ ਨਾ ਉਹ ਅਸਮਾਨ ਦੇ ਅੰਦਰ ਉੱਡਦੀ ਹੈ, ਪਰ ਜਦੋਂ ਹਵਾ ਬੰਦ ਹੋ ਜਾਵੇ ਤੇ ਫਿਰ ਜਿਹੜੀ ਪਤੰਗ ਹੈ ਉਹ ਉੱਡ ਨਹੀਂ ਸਕਦੀ। ਦੂਜਾ ਦ੍ਰਿਸ਼ਟਾਂਤ ਉਦਾਹਰਨ ਦਿੱਤੀ ਕਿ ਤੁਸੀਂ ਵੇਖਦੇ ਹੋ, ਡੋਰੀ ਨੂੰ ਵੱਟ ਚੜਿਆ ਹੋਵੇ, ਲਾਟੂ ਉਸ ਦੇ ਨਾਲ ਬੰਨਿਆ ਹੋਵੇ, ਜਦੋਂ ਤੱਕ ਡੋਰੀ ਨੂੰ ਵੱਟ ਚੜਿਆ ਹੋਇਆ ਉਦੋਂ ਤੱਕ ਲਾਟੂ ਘੁੰਮੇਗਾ, ਜਦੋਂ ਵੱਟ ਲੈ ਜਾਵੇਗਾ ਨਾ ਉਸ ਤੋਂ ਬਾਅਦ ਉਹ ਲਾਟੂ ਘੁੰਮੇਗਾ ਨਹੀਂ। ਫਿਰ ਤੀਜੀ ਉਦਾਹਰਨ ਦਿੱਤੀ, ਸੋਨਾ ਮਿਲਾਵਟ ਵਾਲਾ ਹੋਵੇ ਤੇ ਕੁਠਾਰੀ ਦੇ ਵਿੱਚ ਸੁਨਿਆਰ ਜਦੋਂ ਪਾਉਂਦਾ ਉਹਨੂੰ ਸ਼ੁੱਧ ਕਰਨ ਦੇ ਲਈ, ਜਦੋਂ ਤੱਕ ਮਿਲਾਵਟ ਹੈ ਤਦੋਂ ਤੱਕ ਉਹ ਸੋਨਾ ਕੁਠਾਰੀ ਦੇ ਵਿੱਚ ਘੁੰਮਦਾ ਰਹੇਗਾ, ਪਰ ਜਦੋਂ ਸੋਨਾ ਸ਼ੁੱਧ ਹੋ ਜਾਵੇਗਾ, ਮਿਲਾਵਟ ਨਿਕਲ ਜਾਵੇਗੀ, ਤੇ ਫਿਰ ਉਹ ਸੋਨਾ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ, ਫਿਰ ਉਹ ਘੁੰਮਦਾ ਨਹੀਂ। ਭਾਈ ਸਾਹਿਬ ਜੀ ਨੇ 3 ਉਦਾਹਰਨਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਦਿੱਤੀਆਂ। ਭਾਈ ਸਾਹਿਬ ਆਖਦੇ ਨੇ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹੈ, ਪਵਨ ਰਹਿਤ ਗੁੱਡੀ ਉਡ ਨਾ ਸਕਤ ਹੈ। ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੈ, ਹਾਉ ਤਾਉ ਮਿਟੈ ਗਿਰ ਪਰੈ ਹੋਇ ਥਕਤ ਹੈ। ਕੰਚਨ ਅਸੁੱਧ ਜਿਉ ਕੁਠਾਰੀ ਠਹਿਰਾਤ ਨਾਹੀਂ, ਸ਼ੁੱਧ ਪੈ ਨੇਚਲ ਸ਼ਬ ਕੋ ਸ਼ਕਤ ਹੈ। ਫਿਰ ਅਖੀਰ ਵਿੱਚ ਕਿਰਪਾ ਕੀਤੀ, ਦੁਰਮਤ ਦੁਬਦਾ ਭ੍ਰਮਤ ਹੈ ਚਤਰ ਕੁੰਟ। ਜਦੋਂ ਤੱਕ ਅੰਦਰ ਭੈੜੀ ਮਤ ਹੈ, ਦੁਬਦਾ ਹੈ, ਦਵੈਤ ਹੈ, ਤਦੋਂ ਤੱਕ ਇਹ ਮਨ ਜਿਹੜਾ ਨਾ ਸਾਧ ਸੰਗਤ ਚਾਰ ਚਫੇਰੇ ਘੁੰਮਦਾ ਰਹੇਗਾ, ਉਡਾਰੀਆਂ ਮਾਰਦਾ ਰਹੇਗਾ। ਕਬ ਹੂੰ ਜੀੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ। ਦੁਰਮਤ ਦੁਬਦਾ ਭ੍ਰਮਤ ਚਤਰ ਕੁੰਟ, ਗੁਰਮਤ ਏਕ ਟੇਕ ਮੌਨ ਨਾ ਬਖਤ ਹੈ।
ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲੈ ਲਿਆ, ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਅੰਦਰ ਧਾਰਨ ਕਰ ਲਿਆ। ਵੈਸੇ ਮੈਂ ਬੇਨਤੀ ਕਰ ਦੇਵਾਂ, ਸਾਧ ਸੰਗਤ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਥ ਭੀੜੀ। ਗੁਰਮਤ ਨੂੰ ਕਮਾਉਣਾ ਜੀਵਨ ਦੇ ਅੰਦਰ ਇਉਂ ਹੈ ਜਿਵੇਂ ਖੰਡੇ ਦੀ ਧਾਰ ਤੇ ਚੱਲਣਾ, ਭੀੜੀ ਗਲੀ ਦੇ ਵਿੱਚੋਂ ਲੰਘਣਾ। ਬਾਬਾ ਨਾਨਕ ਜੀ ਨੇ ਇਹਨੂੰ ਇਉਂ ਕਹਿ ਦਿੱਤਾ ਹੈ, ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ। ਗੁਰੂ ਦੀ ਮੱਤ ਤੇ ਚੱਲਣ ਵਾਸਤੇ ਸਾਧ ਸੰਗਤ ਇਉਂ ਹੀ ਜੀਵਨ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਹੈ ਉਹ ਮੁਕਾਬਲਾ ਕਰਨਾ ਪੈਂਦਾ ਹੈ। ਕਈ ਗੱਲਾਂ ਜਿਹੜੀਆਂ ਹਨ ਉਹਨਾਂ ਨੂੰ ਜੀਵਨ ਦੇ ਅੰਦਰ ਛੱਡਣਾ ਪੈਂਦਾ ਹੈ, ਕਿਉਂਕਿ ਕੰਮ ਉਹ ਜੀਵਨ ਦੇ ਅੰਦਰ ਧਰਨ ਕਰਨਾ ਹੈ ਜਿਹੜਾ ਸਾਨੂੰ ਗੁਰੂ ਦੇ ਨੇੜੇ ਲੈ ਜਾਵੇ। ਪਰ ਅੱਜ ਅਸੀਂ ਧਿਆਨ ਮਾਰਨਾ ਹੈ, ਬਾਣੀ ਪੜ੍ਹਦਿਆਂ ਵੀ, ਕੀਰਤਨ ਸਰਵਨ ਕਰਦਿਆਂ ਵੀ, ਕਥਾ ਵਿਚਾਰਾਂ ਸੁਣਦਿਆਂ ਵੀ ਗੁਰਮਤ ਘੱਟ ਹੈ ਤੇ ਮਨ ਮਤ ਜਿਹੜੀ ਹੈ ਇਹ ਸਾਡੇ ਹਰ ਕੰਮ ਦੇ ਵਿੱਚ ਜ਼ਿਆਦਾ ਹੈ। ਫਿਰ ਧਿਆਨ ਦੇਵਿਓ, ਗੁਰਮਤ ਦਾ ਜਿਹੜਾ ਰਾਹ ਹੈ ਇਹ ਖੰਡੇ ਧਾਰ ਹੈ, ਇਹ ਭੀੜੀ ਗਲੀ ਵਾਲੀ ਗੱਲ ਹੈ। ਪਰ ਜਿਹੜਾ ਸਾਧ ਸੰਗਤ ਦੁਨੀਆ ਵਾਲਾ ਰਾਹ ਹੈ ਇਹ ਬੜਾ ਸੌਖਾ ਹੈ। ਦੁਨੀਆ ਵਾਲੇ ਰਾਹ ਤੇ ਇਉਂ ਕਹਿ ਲਈਏ ਵੀ ਜੇ ਆਪਾਂ ਪਾਣੀ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਹੋਵੇ ਤੇ ਮਸ਼ੱਕਤ ਕਰਨੀ ਪਵੇਗੀ, ਪਰ ਜੇ ਪਾਣੀ ਨਿਵਾਨ ਵਾਲੇ ਪਾਸੇ ਲਿਜਾਣਾ ਹੋਵੇ ਤੇ ਮੁਸ਼ੱਕਤ ਕਰਨ ਦੀ ਲੋੜ ਨਹੀਂ, ਮਿਹਨਤ ਕਰਨ ਦੀ ਲੋੜ ਨਹੀਂ। ਪਾਣੀ ਆਪਣੇ ਆਪ ਹੀ ਨੀਵੇਂ ਪਾਸੇ ਚਲਾ ਜਾਵੇਗਾ। ਚੰਗੇ ਪਾਸੇ ਜਾਣਾ ਹੋਵੇ ਮੁਸ਼ੱਕਤ ਕਰਨੀ ਪਵੇਗੀ, ਤੇ ਜੇ ਮਾੜੇ ਪਾਸੇ ਚੱਲਣਾ ਹੈ ਪਿਆਰਿਓ, ਫਿਰ ਤਾਂ ਵਿਕਾਰਾਂ ਵਾਲੇ ਪਾਸੇ ਇਹ ਮਨ ਜਿਹੜਾ ਹੈ ਆਪਣੇ ਆਪ ਹੀ ਬਹਿ ਤੁਰਦਾ ਹੈ, ਕੋਈ ਮਿਹਨਤ ਕਰਨ ਦੀ ਲੋੜ ਨਹੀਂ। ਇਸੇ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਨੇ, ਦੁਰਮਤ ਦੁਬਦਾ ਭ੍ਰਮਤ ਹੈ ਚਤੁਰਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਜਿਹਨੂੰ ਗੁਰੂ ਦੀ ਮੱਤ ਆ ਗਈ। ਹੁਣ ਧਿਆਨ ਦੇਵਿਓ, ਆਪਾਂ ਬਹੁਤ ਵਾਰੀ ਇਹ ਸ਼ਬਦ ਗੌੜੀ ਰਾਗ ਦੇ ਅੰਦਰ ਵਾਰ ਦੇ ਵਿੱਚ ਪੜ੍ਹਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਹੁਣ ਇਹ ਸਾਰਾ ਸ਼ਬਦ ਆਪਾਂ ਵੇਖੀਏ ਤੇ ਸਤਿਗੁਰੂ ਮਹਾਰਾਜ ਨੇ ਸਾਡੀ ਰਿੱਤ ਦੀ ਜਿਹੜੀ ਹੈ ਰਹਿਤ ਉਹ ਇਸ ਸ਼ਬਦ ਦੇ ਅੰਦਰ ਬਿਆਨ ਕਰ ਦਿੱਤੀ। ਪਰ ਅਖੀਰ ਵਿੱਚ ਜਾ ਕੇ ਮਹਾਰਾਜ ਕਿਰਪਾ ਕਰਦੇ ਨੇ, ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਸੋ ਗੁਰ ਸਿੱਖ ਗੁਰ ਕਾ ਉਪਦੇਸ਼ ਸੁਨਾਵੈ, ਤਿਸ ਗੁਰ ਕੋ ਗੁਰ ਸਿੱਖ ਕੋ ਗੁਰ ਉਪਦੇਸ਼ ਸੁਨਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਿਉਂਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਫਿਰ ਧਿਆਨ ਦੇਵਿਓ, ਗੁਰਮਤ ਮਹਾਰਾਜ ਆਖਦੇ ਨੇ ਜੀਵਨ ਦੇ ਅੰਦਰ ਆ ਜਾਵੇ। ਮੈਂ ਭਾਈ ਸਾਹਿਬ ਜੀ ਦਾ ਇੱਕ ਕਬਿੱਤ ਹੋਰ ਤੁਹਾਡੇ ਨਾਲ ਸਾਂਝਾ ਕਰਕੇ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਗੁਰਮਤ ਸ਼ਬਦ ਬਾਰ-ਬਾਰ ਇਸ ਸ਼ਬਦ ਦੇ ਵਿੱਚ ਆਇਆ ਹੈ। ਫਿਰ ਬੇਨਤੀ ਕਰਾਂਗਾ ਸਾਧ ਸੰਗਤ, ਕਈ ਵਾਰੀ ਅਸੀਂ ਗੁਰਮਤ ਅੱਖਰ ਜਿਹੜਾ ਹੈ ਨਾ, ਇਸ ਦੀ ਵਡਿਆਈ ਨੂੰ, ਇਸ ਦੇ ਗੁਣਾਂ ਨੂੰ ਨਹੀਂ ਸਮਝਦੇ। ਪਰ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਭਾਈ ਸਾਹਿਬ ਆਖਦੇ ਨੇ, ਗੁਰਮਤ ਨੂੰ ਸਤ ਕਰਕੇ ਕੋਈ ਅਸੰਤ ਜਾਂ ਅਸਾਧ ਜਾਂ ਨੀਵੇਂ ਤੋਂ ਨੀਵਾਂ ਬੰਦਾ ਵੀ ਜਿਹੜਾ ਹੈ ਨਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਵੇ, ਉਹ ਸਾਧ ਬਣ ਜਾਂਦਾ ਹੈ। ਤੇ ਆਮ ਬੰਦਾ ਜਿਹੜਾ ਦੁਨੀਆ ਦੇ ਵਿੱਚ ਵਿਚਰਨ ਵਾਲਾ ਹੈ, ਜਿਹੜਾ ਕਿਰਤਕਾਰ ਵੀ ਕਰਦਾ ਹੈ, ਸੰਸਾਰੀ ਜ਼ਿੰਮੇਵਾਰੀ ਵੀ ਨਿਭਾਉਂਦਾ ਹੈ, ਰਿਸ਼ਤੇਦਾਰੀਆਂ ਦੇ ਵਿੱਚ ਵੀ ਆਪਣੇ ਆਪ ਨੂੰ ਵਰਤਦਾ ਹੈ, ਤੇ ਮਹਾਰਾਜ ਆਖਦੇ ਨੇ ਇਹੋ ਜਿਹਾ ਬੰਦਾ ਵੀ ਜੇ ਗੁਰਮਤ ਨੂੰ ਸਤ ਕਰਕੇ ਮੰਨ ਲਵੇ। ਗੁਰਮਤ ਕਹਿਣਾ ਹੋਰ ਗੱਲ ਹੈ, ਗੁਰਮਤ ਨੂੰ ਸਤ ਕਰਕੇ ਮੰਨਣਾ ਜਿਹੜਾ ਹੈ ਨਾ, ਇਹ ਵੱਖਰੀ ਗੱਲ ਹੈ। ਦੋਵਾਂ ਚੀਜ਼ਾਂ ਦਾ ਭੇਦ ਹੈ, ਵੱਖਰੇ ਵੱਖਰੇ ਨੇ। ਗੁਰਮਤ ਦੀਆਂ ਗੱਲਾਂ ਕਰਨੀਆਂ ਹੋਰ ਗੱਲ, ਤੇ ਗੁਰਮਤ ਨੂੰ ਸਤ ਕਰਕੇ ਮੰਨ ਲੈਣਾ। ਭਾਈ ਸਾਹਿਬ ਕਹਿੰਦੇ ਨੇ, ਆਮ ਬੰਦਾ
ਇਹ ਗੁਰਮਤਿ ਨੂੰ ਸਤ ਕਰਕੇ ਮੰਨ ਲਵੇ, ਸੰਤ ਬਣ ਜਾਂਦਾ ਹੈ। ਕਿਉਂਕਿ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਪਰਿਭਾਸ਼ਾ, ਉਹ ਇਹ ਨਹੀਂ ਕਿ ਉਹ ਪੱਗ ਕਿਹੋ ਜਿਹੀ ਬੰਨ੍ਹਦਾ ਹੈ, ਉਹ ਕੱਪੜੇ ਕਿਹੋ ਜਿਹੇ ਪਾਉਂਦਾ ਹੈ, ਨਹੀਂ। ਬਾਣੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਹੈ ਵੀ ਸੰਤ ਵਾਲੇ ਗੁਣ ਜੀਵਨ ਦੇ ਅੰਦਰ ਹੋਣੇ ਚਾਹੀਦੇ ਨੇ। ਫਿਰ ਭਾਈ ਸਾਹਿਬ ਕਹਿੰਦੇ ਨੇ ਕੋਈ ਬੰਦਾ ਅਵਿਵੇਕੀ ਹੈ, ਜਿਹਨੂੰ ਗਿਆਨ ਹੀ ਕੋਈ ਨਹੀਂ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਵਿਵੇਕਵਾਨ ਬਣ ਜਾਂਦਾ ਹੈ, ਉਹ ਸਿਆਣਾ ਬਣ ਜਾਂਦਾ ਹੈ, ਉਹ ਗਿਆਨਵਾਨ ਬਣ ਜਾਂਦਾ ਹੈ। ਤੇ ਜਿਹੜਾ ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲੈਂਦਾ ਹੈ, ਭਾਈ ਸਾਹਿਬ ਆਖਦੇ ਨੇ ਕਾਮੀ ਵੀ ਨਿਕਾਮੀ ਹੋ ਜਾਂਦਾ ਹੈ। ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਉਹਨੂੰ ਕੋਈ ਇੱਛਾ ਸੰਸਾਰ ਵਿੱਚ ਨਹੀਂ ਰਹਿ ਜਾਂਦੀ। ਫਿਰ ਅੱਗੇ ਕਿਰਪਾ ਕੀਤੀ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਅਗਿਆਨੀ ਬ੍ਰਹਮ ਗਿਆਨੀ ਬਣ ਜਾਂਦਾ ਹੈ। ਤੇ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਉਹਨੂੰ ਕੋਈ ਜਪ ਤਪ ਜਾਂ ਪੁੱਠੇ ਲਟਕਣ ਦੀ ਲੋੜ ਨਹੀਂ, ਉਹਨੂੰ ਘਰ ਵਿੱਚ ਬੈਠਿਆਂ ਹੀ ਸਹਿਜ ਜਿਹੜਾ ਹੈ ਨਾ, ਉਹ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਇੱਕ ਮੁਕਤੀ ਹੈ ਜਿਹੜੀ ਮਰਨ ਤੋਂ ਬਾਅਦ ਲੋਕ ਮੰਨਦੇ ਨੇ, ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲੈਂਦੇ ਨੇ, ਉਹਨਾਂ ਨੂੰ ਜਿਉਂਦਿਆਂ ਹੀ ਜੀਵਨ ਮੁਕਤ ਹੋ ਜਾਂਦੇ ਨੇ, ਤੇ ਉਹਨਾਂ ਦਾ ਘਰ ਉੱਥੇ ਬਣ ਜਾਂਦਾ ਹੈ ਜਿੱਥੇ ਕਦੀ ਉਹ ਘਰ, ਉਹ ਟਿਕਾਣਾ ਚਲਾਇਮਾਨ ਨਹੀਂ ਹੁੰਦਾ। ਭਾਈ ਸਾਹਿਬ ਜੀ ਦੇ ਪਿਆਰੇ ਬਚਨ ਨੇ, ਗੁਰਮਤਿ ਸਤ ਕਰ ਅਦਮ ਅਸਾਧ ਸਾਧ, ਗੁਰਮਤਿ ਸਤ ਕਰ ਸੰਤ ਜੰਤ ਸੰਤ ਨਾਮ ਹੈ। ਗੁਰਮਤਿ ਸਤ ਕਰ ਅਵਿਵੇਕੀ ਹੋਏ ਵਿਵੇਕੀ, ਗੁਰਮਤਿ ਸਤ ਕਰ ਨਾ ਕਾਮ ਨਹਿ ਕਾਮ ਹੈ। ਗੁਰਮਤਿ ਸਤ ਕਰ ਅਗਿਆਨੀ ਬ੍ਰਹਮ ਗਿਆਨੀ, ਗੁਰਮਤਿ ਸਤ ਕਰ ਸਹਿਜ ਬਿਸ਼ਰਾਮ ਹੈ। ਗੁਰਮਤਿ ਸਤ ਕਰ ਜੀਵਨ ਮੁਕਤ ਭਏ, ਗੁਰਮਤਿ ਸਤ ਕਰ, ਭਾਈ ਸਾਹਿਬ ਆਖਦੇ ਨੇ, ਗੁਰਮਤਿ ਸਤ ਕਰ ਨਿਚਲ ਧਾਮ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਗੁਰੂ ਦੀ ਮੱਤ ਆ ਜਾਵੇ ਤੇ ਅਸੀਂ ਇਹ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਇੱਥੇ ਮਹਾਰਾਜ ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਨੇ, ਗੁਰਮਤਿ ਨੂੰ ਜਿਹੜਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈਂਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲ ਪੈਂਦਾ ਹੈ, ਜਿਸ ਦੇ ਉੱਤੇ ਇਹ ਬਚਨ ਟੁਕ ਜਾਂਦੇ ਹਨ, ਸਿੱਖਾਂ ਦਾ ਮਨ ਨੀਵਾਂ ਮਤ ਚੀ, ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਫਿਰ ਧਿਆਨ ਦੇਵਿਓ, ਉਹ ਆਪਣੇ ਜੀਵਨ ਦੇ ਅੰਦਰ ਗੁਰੂ ਦਾ ਉਪਦੇਸ਼ ਕਮਾਂਦਾ ਹੈ, ਤੇ ਸ਼ਬਦ ਜਿਹੜਾ ਹੈ ਨਾ, ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਾਲਾ, ਉਸ ਦਾ ਰਸ, ਇੱਕ ਰਸ ਜਿਹੜਾ ਹੈ ਨਾ, ਉਹ ਬਣਿਆ ਰਹਿੰਦਾ ਹੈ, ਰਸ ਕਦੀ ਟੁੱਟਦਾ ਨਹੀਂ। ਸ਼ਬਦ ਦਾ ਰਸ ਉਹਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ, ਤੇ ਉਸ ਦਾ ਮਨਵਾ ਜਿਹੜਾ ਹੈ ਨਾ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਕਿਉਂਕਿ ਉਹਨੂੰ ਗੁਰੂ ਦੁਆਰਾ ਪਤਾ ਲੱਗ ਜਾਂਦਾ ਹੈ, ਨਾਨਕ ਭਉਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਉਹ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਨਾ ਸਿਫਤ ਸਲਾਹ ਦੇ ਗੀਤ ਆਪਣੀ ਜ਼ਿੰਦਗੀ ਦੇ ਅੰਦਰ ਗਾਉਂਦਾ ਹੈ। ਉਹਨੂੰ ਗੁਰੂ ਕੋਲੋਂ ਇਹ ਮੱਤ ਜਦੋਂ ਪ੍ਰਾਪਤ ਹੁੰਦੀ ਹੈ, ਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸਮਝ ਲੈਂਦਾ, ਦੁਨੀਆ ਨਾ ਸਲਾਏ ਜੋ ਮਰ ਵੰਜਸੀ, ਲੋਕਾਂ ਨਾ ਸਲਾਏ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਈਐ ਸੱਚਾ ਵੇ ਪਰਵਾਹ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਦਾ ਉਪਦੇਸ਼ ਕਮਾਨ ਵਾਲਾ ਜਿਹੜਾ ਹੈ, ਉਸ ਦੇ ਅੰਦਰ ਸ਼ਬਦ ਦਾ ਰਸ ਲਗਾਤਾਰ ਬਣਿਆ ਰਹਿੰਦਾ ਹੈ, ਸ਼ਬਦ ਦੀ ਕਿਰਪਾ ਦਾ ਪਾਤਰ ਬਣਿਆ ਰਹਿੰਦਾ ਹੈ, ਤੇ ਨਾਲ ਹੀ ਉਸ ਦਾ ਮਨਵਾ ਤੋਂ ਭਾਵ ਮਨ, ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਜੀਵਨ ਦੇ ਅੰਦਰ ਕਰਦਾ ਹੈ। ਵੱਡ ਭਾਗੀ ਗੁਰ ਦਰਸ਼ਨ ਪਾਇਆ, ਪਰ ਵਾਡੇ ਭਾਗਾਂ ਵਾਲਾ ਜਿਹੜਾ ਹੈ, ਉਹ ਗੁਰੂ ਦੇ ਦਰਸ਼ਨ ਪਾਉਂਦਾ ਹੈ। ਸਾਧ ਸੰਗਤ, ਪਹਿਲੀ ਗੱਲ, ਜਦੋਂ ਕੋਈ ਵੀ ਭਗਤਾ ਆਪ ਜੀ ਦੇ ਨਾਲ ਬਚਨ ਸਾਂਝਾ ਕਰਦਾ ਹੈ ਨਾ,
ਤੇ ਇਹੋ ਹੀ ਆਖਦਾ ਹੈ, ਸਾਧ ਸੰਗਤ ਵੱਡੇ ਭਾਗਾਂ ਵਾਲੇ ਹੋ। ਇਹ ਕੋਈ ਫਾਰਮੈਲਿਟੀ ਨਹੀਂ, ਤੁਹਾਡੀ ਮੁਥਾਜੀ ਨਹੀਂ, ਬਲਕਿ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਦਾ ਦਰਸ਼ਨ ਵੱਡੇ ਭਾਗਾਂ ਦੇ ਨਾਲ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ, ਕਿਉਂਕਿ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਦੇ ਦਰਸ਼ਨ, ਗੁਰੂ ਦਾ ਦੀਦਾਰ ਵੱਡੇ ਭਾਗਾਂ ਵਾਲਿਆਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਧੰਨ ਧੰਨ ਗੁਰੂ ਲਿਵ ਲਾਵੈ। ਤੇ ਮਹਾਰਾਜ ਆਖਦੇ ਨੇ, ਸਦਕੇ ਜਾਈਏ ਉਸ ਗੁਰੂ ਤੋਂ, ਸਦਕੇ ਜਾਈਏ ਉਸ ਗੁਰੂ ਤੋਂ ਜਿਹੜਾ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੇ ਨਾਲ ਲਿਵ ਜੋੜਨ ਵਿੱਚ ਸਹਾਈ ਹੁੰਦਾ ਹੈ। ਕਿਉਂਕਿ ਗੁਰੂ ਹੀ ਆਪਣੇ ਸ਼ਬਦ ਦੁਆਰਾ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਜੋੜਨ ਦੀ ਜਿਹੜੀ ਨਾ ਇਹ ਜੁਗਤੀ ਢੰਗ ਤਰੀਕਾ ਦੱਸਦਾ ਹੈ। ਵੈਸੇ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ। ਆਨੰਦ ਸਾਹਿਬ ਦੇ ਅੰਦਰ 6ਵੀਂ ਪੌੜੀ ਦੇ ਅੰਦਰ ਕਿਰਪਾ ਕੀਤੀ, ਸਾਚੀ ਲਿਵੈ ਬਿਨ ਦੇ ਨਿਮਾਨੀ, ਦੇ ਨਿਮਾਨੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ, ਤੁਧ ਬਸ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਝੋਂ, ਕਿਆ ਕਰੇ ਵਿਚਾਰੀਆ। ਤੇ ਹੁਣ ਆਪਾਂ ਸੋਚਦੇ ਹਾਂ ਵੀ ਸ਼ਾਇਦ ਆਪਾਂ ਬੱਚਿਆਂ ਨੂੰ ਛੱਡ ਦਈਏ, ਪਰਿਵਾਰ ਨੂੰ ਛੱਡ ਦਈਏ, ਸੰਸਾਰ ਨੂੰ ਛੱਡ ਦਈਏ ਤੇ ਫਿਰ ਸਾਡੀ ਲਿਵ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗੇਗੀ। ਨਹੀਂ, ਵੇਖੋ ਕਿੱਡਾ ਸੁੰਦਰ ਪ੍ਰਮਾਣ ਮਹਾਰਾਜ ਨੇ ਸਾਨੂੰ ਦਿੱਤਾ, ਬਾਣੀ ਦੇ ਰਾਹੀਂ ਸਮਝਾਇਆ। ਮਹਾਰਾਜ ਆਖਦੇ ਨੇ, ਪਿਆਰਿਓ ਜੈਸੀ ਅਗਨ ਉਦਰ ਮੈਂ, ਤੈਸੀ ਬਾਰ ਮਾਇਆ। ਜਿਹੋ ਜੀ ਮਾਤਾ ਦੇ ਪੇਟ ਵਿੱਚ ਜਠਰ ਅਗਨੀ ਹੈ, ਉਹੋ ਜੀ ਸੰਸਾਰ ਦੇ ਵਿੱਚ ਮਾਇਆ ਹੈ। ਜੈਸੀ ਅਗਨ ਉਦਰ ਮੈਂ, ਤੈਸੀ ਬਾਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਂ ਤਿਸ ਭਾਨਾ ਤਾ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਕੀ ਹੈ? ਸਾਧ ਸੰਗਤ, ਜਿਨੂੰ ਪੇਟ ਲੱਗਾ ਹੋਇਆ ਹੈ ਉਹਨੂੰ ਮਾਇਆ ਦੀ ਲੋੜ ਹੈ, ਕਿਉਂਕਿ ਕੱਪੜਾ ਵੀ ਚਾਹੀਦਾ ਹੈ, ਖਾਣ ਨੂੰ ਵੀ ਚਾਹੀਦਾ ਹੈ, ਰਹਿਣ ਨੂੰ ਵੀ ਚਾਹੀਦਾ ਹੈ। ਹੁਣ ਬਹੁਤ ਵਾਰੀ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ, ਟਪਲਾ ਖਾ ਜਾਂਦੇ ਹਾਂ। ਰੋਜ਼ ਬਾਣੀ ਪੜਨ ਵਾਲੇ ਫਲਾਣੇ ਮਹਾਂਪੁਰਸ਼ ਮਾਇਆ ਨੂੰ ਹੱਥ ਨਹੀਂ ਲਾਉਂਦੇ। ਮੇਰੀ ਬੇਨਤੀ, ਪਰ ਧਿਆਨ ਦੇਵਿਓ, ਰੋਟੀ ਖਾਂਦੇ ਨੇ ਨਾ, ਕੱਪੜਾ ਪਾਉਂਦੇ ਨੇ ਨਾ, ਕਾਰ ਦੇ ਉੱਤੇ ਚੜ੍ਹਦੇ ਨੇ ਨਾ, ਸਾਰੀਆਂ ਚੀਜ਼ਾਂ ਵਰਤਦੇ ਨੇ, ਤੇ ਇਹ ਕਾਹਦੇ ਨਾਲ ਆਉਂਦੀਆਂ ਨੇ ਜੀ? ਮੈਂ ਬੇਨਤੀ ਕਰ ਰਿਹਾ, ਇਹ ਕਾਹਦੇ ਨਾਲ ਆਉਂਦੀਆਂ ਨੇ? ਆਖਰ ਮਾਇਆ ਚਾਹੀਦੀ। ਤੇ ਸਤਿਗੁਰਾਂ ਦੀ ਪਾਵਨ ਬਾਣੀ ਨੇ ਇਹ ਨਿਰਣਾ ਦਿੱਤਾ ਹੈ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਨੂੰ ਉਦਰ ਲੱਗਾ ਹੈ, ਪੇਟ ਲੱਗਾ ਹੈ, ਉਹਨੂੰ ਪਿਆਰਿਓ ਮਾਇਆ ਦੀ ਲੋੜ ਹੈ। ਮਾਇਆ ਤੋਂ ਬਗੈਰ ਗੁਜ਼ਾਰਾ ਨਹੀਂ। ਪਰ ਮਾਇਆ ਦੀ ਪਰਿਭਾਸ਼ਾ ਬੜੀ ਸੁੰਦਰ ਸਮਝਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਹਰ ਉਹ ਸ਼ੈ, ਉਹ ਚੀਜ਼ ਮਾਇਆ ਹੈ ਜਿਸ ਵਿੱਚ ਲੱਗ ਕੇ ਬੰਦਾ ਰੱਬ ਨੂੰ ਭੁੱਲ ਜਾਵੇ ਤੇ ਕੇਵਲ ਸੰਸਾਰ ਨਾਲ ਹੀ ਜੁੜ ਜਾਵੇ। ਮਹਾਰਾਜ ਆਖਦੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਪਰ ਅੱਗੇ ਕਿਰਪਾ ਕਰ ਦਿੱਤੀ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੇ ਸੰਸਾਰ ਵਿੱਚ ਰਹਿ ਕੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਆਪਣੇ ਜੀਵਨ ਦੇ ਅੰਦਰ ਕਰ ਲਈ। ਜੋਗੀਆਂ ਬਾਰੇ ਆਪਾਂ ਸਿੱਧ ਗੋਸ਼ਟ ਬਾਣੀ ਦੇ ਅੰਦਰ ਪੜ੍ਹਦੇ ਹਾਂ। ਉਹਨਾਂ ਨੇ ਸਵਾਲ ਬਾਬਾ ਜੀ ਦੇ ਉੱਤੇ ਕੀਤੇ, ਤੁਸੀਂ ਘਰ ਕਿਉਂ ਛੱਡਿਆ?
ਭੇਖ ਕਿਉਂ ਧਾਰਨ ਕੀਤਾ ਹੈ, ਕਿਸ ਵਖਰ ਦੇ ਵਣਜਾਰੇ ਹੋ। ਤੇ ਆ ਜਿਹੜੇ ਤੁਹਾਡੇ ਸਿੱਖ ਤੁਹਾਡੇ ਮਗਰ ਲੱਗੇ ਹੋਏ ਨੇ, ਤੁਹਾਡੀ ਸਿੱਖਿਆ ਨੂੰ ਧਾਰਨ ਕਰਨ ਵਾਲੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਕਰੋਗੇ। ਸਿੱਧ ਗੋਸ਼ਟ ਬਾਣੀ ਦੇ ਅੰਦਰ ਪੜ੍ਹਦੇ ਆਪਾਂ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਮਹਾਰਾਜ ਨੇ ਇਹਨਾਂ ਨੂੰ ਜਵਾਬ ਦਿੱਤਾ, ਗੁਰਮੁਖ ਖੋਜਤ ਭਇਓ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰ ਸਪਾਰੇ। ਪਿਆਰਿਓ, ਮੈਂ ਰੱਬ ਦੇ ਦਰਸ਼ਨ ਕਰਨ ਵਾਸਤੇ ਸੰਸਾਰ ਵਿੱਚ ਆਇਆ, ਗੁਰਮੁਖਾਂ ਨੂੰ ਭਾਲਣ ਵਾਸਤੇ ਆਇਆ, ਤੇ ਨਾਲ ਹੀ ਮੈਂ ਸੱਚ ਦਾ ਸੌਦਾ ਵਿਹਾਜਣ ਵਾਸਤੇ ਆਇਆ ਹਾਂ। ਤੇ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੇ ਤੁਹਾਡੇ ਮਗਰ ਲੱਗੇ ਨੇ, ਤੁਹਾਡੇ ਸੇਵਕ ਨੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਹੋਵੇਗਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਜਿਹੜੇ ਗੁਰਮੁਖ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰਨਗੇ, ਉਹ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਜਾਣਗੇ, ਇਸ ਭਵਸਾਗਰ ਤੋਂ ਪਾਰ ਲੰਘ ਜਾਣਗੇ। ਫਿਰ ਉਹਨਾਂ ਸਵਾਲ ਕੀਤਾ, ਮਹਾਰਾਜ ਅਸੀਂ ਸੰਸਾਰ ਨੂੰ ਛੱਡਿਆ, ਅਸੀਂ ਪਰਿਵਾਰ ਨੂੰ ਛੱਡਿਆ, ਤੇ ਤੁਸੀਂ ਭਲਾ ਸੰਸਾਰ ਪਰਿਵਾਰ ਵਿੱਚ ਰਹਿ ਕੇ ਕਿਵੇਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੋਗੇ। ਤੇ ਮਹਾਰਾਜ ਆਖਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਜਦੋਂ ਸ਼ਬਦ ਦੇ ਵਿੱਚ ਸੁਰਤੀ ਜੁੜ ਜਾਵੇਗੀ, ਸ਼ਬਦ ਵਿੱਚ ਸੁਰਤੀ ਲੱਗ ਜਾਵੇਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਨੇ ਨਾ, ਮਹਾਰਾਜ ਆਖਦੇ ਨੇ, ਸਤਿਗੁਰ ਕੀ ਪ੍ਰਤੀਤ ਨ ਆਇਓ, ਆਇਆ ਸ਼ਬਦ ਨ ਲਾਗੋ ਭਾਓ, ਉਸ ਨੂੰ ਸੁਖ ਨ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਫਿਰ ਧਿਆਨ ਦੇਵਿਓ ਸਾਧ ਸੰਗਤ, ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ, ਜੇ ਪ੍ਰਤੀਤ ਨਹੀਂ, ਸ਼ਬਦ ਨਾਲ ਪਿਆਰ ਨਹੀਂ ਲੱਗਾ, ਤੇ ਮਹਾਰਾਜ ਆਖਦੇ ਨੇ ਭਾਵੇਂ 100 ਵਾਰੀ ਗੁਰੂ ਕੋਲ ਆ, ਪਰ ਤੈਨੂੰ ਜੀਵਨ ਦੇ ਅੰਦਰ ਸੁੱਖ ਨਹੀਂ ਮਿਲ ਸਕਦਾ। ਕਿਉਂਕਿ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤਿ ਆਏ ਸੰਸਾਰਾ। ਜਿਨ੍ਹਾਂ ਨੇ ਸ਼ਬਦ ਨਾਲ ਸੁਰਤੀ ਨੂੰ ਨਹੀਂ ਜੋੜਿਆ, ਮਹਾਰਾਜ ਆਖਦੇ ਨੇ, ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਹੈ, ਪਰ ਪਾਣੀ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਵਿੱਚੋਂ ਹੀ ਉਡਾਰੀ ਮਾਰਦੀ ਹੈ। ਜਿਹੜੇ ਗੁਰਸਿੱਖ ਗੁਰਮੁਖ ਬਣ ਕੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜਦੇ ਨੇ, ਸ਼ਬਦ ਗੁਰੂ ਵਾਰੀ ਜਿਹੜੀ ਗੱਲ ਹੈ, ਸੁਰਤ ਤੁਨ ਚੇਲਾ ਵਾਰੀ ਅਵਸਥਾ ਬਣਾਉਂਦੇ ਨੇ, ਸੋਨੇ ਕੀ ਸੋਈ ਰੂਪੇ ਕਾ ਧਾਗਾ ਵਾਰੀ ਅਵਸਥਾ ਆਪਣੇ ਜੀਵਨ ਦੇ ਅੰਦਰ ਬਣਾਉਂਦੇ ਨੇ, ਉਹ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਉਹਨਾਂ ਦੀ ਦੇਵ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਏ। ਭਾਵੇਂ ਉਹਨਾਂ ਦਾ ਬੰਦ ਕੱਟਿਆ ਜਾਵੇ, ਭਾਵੇਂ ਉਹਨਾਂ ਦੀ ਸਾਧ ਸੰਗਤ ਖੋਪਰ ਲੈ ਜਾਣ, ਭਾਵੇਂ ਉਹਨਾਂ ਦੇ ਸਾਧ ਸੰਗਤ ਸਰੀਰ ਦਾ ਕੋਈ ਅੰਗ ਸਰੀਰ ਨਾਲੋਂ ਅੱਡ ਹੋ ਜਾਵੇ, ਪਰ ਲਿਵ ਜਿਹੜੀ ਹੈ ਉਹਨਾਂ ਦੀ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਗੁਰਮੁਖ ਹਰ ਲਿਵ ਲਾਵੈ, ਇਹ ਹੈ ਰਹਾਉ ਦਾ ਬੰਦ। ਗੁਰੂ ਦੇ ਸਨਮੁਖ ਹੋਣ ਵਾਲਾ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜੀ ਰੱਖਦਾ ਹੈ। ਕਿਆ ਇਉਂ ਕਹਿ ਰਹੀਏ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਉਹਨਾਂ ਦੀ ਲਿਵ, ਉਹਨਾਂ ਦੀ ਸੁਰਤੀ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜਿਹੜੀ ਨਾ, ਉਹ ਜੁੜੀ ਰਹਿੰਦੀ ਹੈ। ਕਿਉਂਕਿ ਅਵਸਥਾ ਆਉਂਦੀ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤਰਿਕ ਮੌਲਾ। ਗੁਰਮੁਖ ਜਿਹੜੇ ਨੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੇ ਕੋਏ, ਕਹਿ ਨਾਨਕ ਸੁਨੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਪਰਨੇ ਹੋ ਕੇ ਚੱਲਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਮਹਾਰਾਜ ਆਖਦੇ ਨੇ, ਉਹਨਾਂ ਦੀ ਲਿਵ
ਹਰ ਵੇਲੇ ਸੁਰਤੀ ਭਾਵੇਂ ਉਹ ਦੁਨੀਆ ਦੇ ਅੰਦਰ ਰਹਿਣ, ਪਰ ਉਹਨਾਂ ਦੀ ਅਵਸਥਾ ਕੀ ਹੈ? ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ RAM ਨ ਲਾਵੋ ਚੀਤ। ਨਾਮਾ ਕਹੇ ਤਲੋਚਨਾ ਮੁਖਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ। ਗੁਰਮੁਖਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ ਸੁਰਤੀ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ। ਮੇਰਾ ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਾਲਕ ਹੈ, ਮੇਰਾ ਸੁਆਮੀ ਹੈ। ਸਾਧ ਸੰਗਤ, ਆਪਾਂ ਰੋਜ਼ ਪੜ੍ਹਦੇ ਹਾਂ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੇਰੇ ਵਾਸਤੇ ਕੇਵਲ ਤੇ ਕੇਵਲ ਮੇਰਾ ਗੁਰੂ ਹੀ ਸਭ ਕੁਝ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੇਰਾ ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਾਲਕ ਹੈ। ਮਨ ਗੁਰ ਕੀ ਕਾਰ ਕਮਾਵੈ। ਤੇ ਮੇਰਾ ਮਨ ਹੁਣ ਗੁਰੂ ਦੀ ਦੱਸੀ ਕਾਰ ਕਮਾ ਰਿਹਾ ਹੈ, ਕਿਉਂਕਿ ਸਾਧ ਸੰਗਤ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸਿੱਖ ਕਰਨਾ। ਗੁਰੂ ਦੀ ਸਿੱਖੀ ਕਮਾਉਣ ਵਾਲਾ ਸਿੱਖ ਜਿਹੜਾ ਹੈ, ਉਹ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦਾ ਹੈ, ਕਿੰਤੂ ਨਹੀਂ ਕਰਦਾ। ਜੇ ਗੁਰੂ ਆਖਦਾ ਹੈ ਅੰਮ੍ਰਿਤ ਵੇਲੇ ਜਾਗਣਾ ਹੈ, ਜਾਗਣਾ ਹੈ, ਬਾਣੀ ਪੜ੍ਹਨੀ ਹੈ, ਪੜ੍ਹਨੀ, ਸਤ ਸੰਗਤ ਵਿੱਚ ਜਾਣਾ ਹੈ, ਜਾਣਾ ਹੈ, ਇਹ ਗੱਲਾਂ ਉਹ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਨਾ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖਿਆ ਖਾਏ, ਰਹਿਤ ਬਿਨਾ ਦਰ ਝੋਟਾਂ ਖਾਏ। ਮਹਾਰਾਜ ਆਖਦੇ ਨੇ ਮੇਰਾ ਪੂਰਾ ਗੁਰੂ ਹੀ ਮੇਰਾ ਮਾਲਕ ਹੈ, ਤੇ ਮੈਂ ਗੁਰੂ ਦੀ ਦੱਸੀ ਹੋਈ ਕਾਰ ਕੰਮ ਆਪਣੇ ਜੀਵਨ ਦੇ ਅੰਦਰ ਕਰਦਾ ਹਾਂ। ਹਮ ਮਲ ਮਲ ਧੋਵਹਿ ਪਾਵ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ। ਜਿਹੜਾ ਗੁਰੂ ਮੈਨੂੰ ਵਾਹਿਗੁਰੂ ਪਰਮਾਤਮਾ ਦੀ ਕਥਾ ਸੁਣਾਉਂਦਾ ਹੈ, ਸਿਫਤ ਸਲਾਹ ਦੇ ਨਾਲ ਜੋੜਦਾ ਹੈ, ਉਸ ਗੁਰੂ ਤੋਂ ਮੈਂ ਇੰਨਾ ਕੁ ਸਦਕੇ ਜਾਣਾ, ਇੰਨਾ ਕੁ ਕੁਰਬਾਨ ਜਾਣਾ, ਮੈਂ ਉਸ ਦੇ ਪੈਰ ਜਿਹੜੇ ਨਾ ਉਹ ਮਲ ਮਲ ਕੇ ਧੋਣਾ। ਇਸ ਦਾ ਭਾਵ ਹੈ ਨਿਮਰਤਾ ਨੂੰ ਧਾਰਨ ਕਰਕੇ ਮੈਂ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਕਿਉਂਕਿ ਮਹਾਰਾਜ ਨੇ ਬਚਨ ਕੀਤਾ ਨਾ, ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ, ਕਿਉਂਕਿ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਮੈਂ ਉਸ ਗੁਰੂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ। ਨਿਮਰਤਾ ਨਾਲ ਮੈਂ ਆਪਣੇ ਸਤਿਗੁਰੂ ਜੀ ਦੇ ਪੈਰ ਜਿਹੜੇ ਨੇ ਨਾ ਉਹ ਧੋ ਧੋ ਕੇ ਜਿਹੜਾ ਨਾ ਮਲ ਮਲ ਕੇ ਧੋਂਦਾ ਹਾਂ, ਤੇ ਨਾਲ ਹੀ ਮੈਂ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਕਿਉਂਕਿ ਸਤਿਗੁਰੂ ਮੈਨੂੰ ਹਰੀ ਦੀਆਂ ਕਥਾ ਸੁਣਾਉਂਦਾ। ਐਸੇ ਸਤਿਗੁਰੂ ਦਾ ਮੈਂ ਧੰਨਵਾਦ, ਸਤਿਕਾਰ, ਮਾਨ ਆਪਣੇ ਜੀਵਨ ਦੇ ਅੰਦਰ ਕਰਦਾ ਹਾਂ। ਹਿਰਦੈ ਗੁਰਮਤ RAM ਰਸਾਇਣ। ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ RAM ਰਸਾਇਣ, ਰਸਾਇਣ ਤੋਂ ਭਾਵ ਹੈ ਰਸਾਂ ਦਾ ਘਰ। ਵਾਹਿਗੁਰੂ ਪਰਮਾਤਮਾ ਸਾਰੇ ਰਸਾਂ ਦਾ ਘਰ ਹੈ। ਮਹਾਰਾਜ ਆਖਦੇ ਨੇ ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਜਿਹੜਾ ਰਸਾਂ ਦਾ ਘਰ ਹੈ ਆ ਕੇ ਵਸ ਜਾਂਦਾ ਹੈ। ਜਿਹਵਾ ਹਰ ਗੁਣ ਗਾਵੈ। ਉਹ ਅੱਠੇ ਪੈਰ ਆਪਣੀ ਜੀਭ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ। ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਭਲਾਇਨ। ਕਿਉਂਕਿ ਗੁਰੂ ਆਪਣੇ ਉਪਦੇਸ਼ ਦੁਆਰਾ, ਗੁਰੂ ਆਪਣੀ ਮਤ ਦੁਆਰਾ
ਉਹਨਾਂ ਨੂੰ ਸਮਝਾ ਦਿੰਦਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਪੁੱਛੀਏ ਸਤਿਗੁਰੂ ਨੂੰ, ਸਤਿਗੁਰੂ ਜੀ ਰਸ ਦੁਨੀਆ ਦੇ ਅੰਦਰ ਕਿੰਨੇ ਕੁ ਨੇ? ਤੇ ਮਹਾਰਾਜ ਨੇ ਇੱਕ ਰਸ ਨਹੀਂ, ਦੋ ਰਸ ਨਹੀਂ, ਬਲਕਿ ਕਈ ਰਸਾਂ ਦਾ ਜ਼ਿਕਰ ਆਪਣੀ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ, ਰਸ ਘੋੜੇ ਮੰਦਰ, ਰਸ ਮਿੱਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਦੇ ਅੰਦਰ ਰਸਾਂ ਦਾ ਘਰ ਵਾਹਿਗੁਰੂ ਪਰਮਾਤਮਾ ਵਸ ਜਾਂਦਾ ਹੈ, ਤੇ ਅੱਠੇ ਪੈਰ ਉਹ ਆਪਣੀ ਜੀਵ ਦੇ ਨਾਲ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰਦੇ ਹਨ। ਮਨ ਰਸਕ ਰਸਕ ਹਰ ਰਸ ਆਗਾਨੇ, ਫੇਰ ਬਹੁਰ ਨਾ ਭੂਖ ਲਗਾਵੇ। ਮਨ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਰਸ ਚੱਕ ਕੇ ਉਹ ਰੱਜ ਜਾਂਦੇ ਹਨ, ਫਿਰ ਉਹਨਾਂ ਦੀਆਂ ਦੁਨਿਆਵੀ ਸਾਰੀਆਂ ਭੁੱਖਾਂ ਜਿਹੜੀਆਂ ਨੇ ਮੁੱਕ ਜਾਂਦੀਆਂ ਨੇ। ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨਾ ਪਾਵੈ। ਨਾਮ ਜ਼ਿੰਦਗੀ ਦੇ ਅੰਦਰ ਜਪਣਾ ਹੈ, ਪਰ ਨਾਮ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਮਹਾਰਾਜ ਦੇ ਪਾਵਨ ਬਚਨ ਨੇ, ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਨ੍ਹਾਂ ਕੋਲੋਂ ਆਪਣਾ ਨਾਮ ਜਪਾਂਦਾ ਕਿਰਪਾ ਕਰਕੇ, ਉਹੀ ਨਾਮ ਜਪਦੇ ਨੇ। ਹਾਂ, ਨਾਮ ਨੂੰ ਛੱਡ ਕੇ ਲੋਕ ਬਹੁਤ ਸਾਰੇ ਕਰਮ ਕਰਦੇ ਨੇ, ਪਰ ਉਹਨਾਂ ਕਰਮਾਂ ਦੀ ਕੀਮਤ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਨਹੀਂ ਪੈਂਦੀ। ਜਿਵੇਂ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਂ ਸਿਉ ਸੰਗ ਨ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲ ਨ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਵੇਕਾ। ਮਹਾਰਾਜ ਆਖਦੇ ਨੇ, ਜਿਨ੍ਹਾਂ ਉੱਤੇ ਕਿਰਪਾ ਕਰਦਾ ਹੈ